ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ In the previous video, we discussed and translated the 11th body of Japji Sahib. Today, we will be bringing forth the translation of the 12th body. ਪਿਛਲੀ ਵੀਡੀਓ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ 11ਵੀਂ ਪੌੜੀ ਦੀ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ। ਅੱਜ ਇਸ ਲੜੀ ਨੂੰ ਅੱਗੇ ਤੋਰਦੇ ਹਾਂ। ਜਪਜੀ ਸਾਹਿਬ ਜੀ ਦੀ 12ਵੀਂ ਪੌੜੀ ਦੀ ਵਿਚਾਰ ਆਪ ਸਭ ਦੇ ਨਾਲ ਸਾਂਝੀ ਕੀਤੀ ਜਾਵੇਗੀ। So first and foremost, let us begin by doing the part of this body, followed by its translation. ਆਓ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ 12ਵੀਂ ਪੌੜੀ ਦੇ ਪਾਠ ਦੇ ਨਾਲ ਜੁੜੀਏ ਅਤੇ ਪਾਠ ਤੋਂ ਉਪਰੰਤ ਇਸ ਪੌੜੀ ਦੀ ਵਿਚਾਰ ਆਪ ਸਭ ਦੇ ਨਾਲ ਸਾਂਝੀ ਕੀਤੀ ਜਾਵੇਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। So in this body, Guru Pasha begins by describing what one feels, describing the phenomenon that one experiences when he begins to obtain wisdom, when he begins to liberate himself from the vices, when he begins to liberate himself from the pujari structure, when he begins to live life on his own terms. ਇਸ ਪੌੜੀ ਦੀ ਸ਼ੁਰੂਆਤ ਪਾਤਸ਼ਾਹ ਕਰਦੇ ਨੇ, ਕਹਿੰਦੇ ਨੇ ਜਿਹੜੀ ਗਤੀ, ਜਿਹੜੀ ਮੁਕਤੀ ਵਿਕਾਰਾਂ ਤੋਂ ਰਹਿਤ ਹੋ ਕੇ ਬੰਦਾ ਮਹਿਸੂਸ ਕਰਦਾ ਹੈ, ਜਿਹੜੀ ਮੁਕਤੀ ਬੰਦਾ ਪੁਜਾਰੀ ਢਾਂਚੇ ਨੂੰ ਪਿੱਠ ਦੇ ਕੇ ਮਹਿਸੂਸ ਕਰਦਾ ਹੈ, ਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਮੁਕਤੀ ਨੂੰ ਸ਼ਬਦਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। One cannot describe that feeling by mere words. It is like giving candy to someone who cannot speak. We cannot expect him to tell us how that candy tasted. We cannot expect him to tell us, oh, this candy was so sweet, the texture was so good. No, but what you can do is you can look at his smile that appears on his face once he eats that candy. From that smile, you can infer that he enjoyed that candy. He was satisfied by eating it. ਕਹਿੰਦੇ ਨੇ ਜਿੱਦਾਂ ਤੁਸੀਂ ਕਿਸੇ ਗੁੰਗੇ ਨੂੰ ਮਠਿਆਈ ਛਕਾਉਨੇ ਆ ਤਾਂ ਉਹ ਤੁਹਾਨੂੰ ਦੱਸ ਨਹੀਂ ਸਕਦਾ ਵੀ ਮਠਿਆਈ ਬੜੀ ਸਵਾਦ ਸੀ, ਮੈਨੂੰ ਬੜੀ ਮਿੱਠੀ ਲੱਗੀ, ਨਹੀਂ, ਪਰ ਉਹਦਾ ਚਿਹਰਾ ਇਹ ਸਾਰੀ ਕਹਾਣੀ ਦੱਸ ਦਿੰਦਾ ਹੈ ਵੀ ਹਾਂ ਵਾਕਿਆ ਸਵਾਦ ਸੀ। ਉਹਦੀ ਮੁਸਕਰਾਹਟ ਹੀ ਦੱਸ ਦਿੰਦੀ ਹੈ ਵੀ ਹਾਂ ਮੈਂ ਮਠਿਆਈ ਖਾ ਕੇ ਮੈਂ ਸਕੂਨ ਮਹਿਸੂਸ ਕੀਤਾ। ਜਿੱਦਾਂ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਆ ਵੀ ਰੀਡ ਇਨ ਗੁਰਬਾਣੀ, ਭਗਤ ਕਬੀਰ ਜੀ ਯੂਜ਼ ਦਿਸ ਐਗਜ਼ਾਮਪਲ। ਭਗਤ ਕਬੀਰ ਜੀ ਨੇ ਉਦਾਹਰਨ ਵਰਤੀ, ਕਹਿੰਦੇ ਵੀ ਜਿਨ ਰਾਮ ਜਾਣਿਆ, ਵੀ the one who understands that system, ਤਿਨ ਹੈ ਪਛਾਨਿਆ, brings wisdom into his life, starts living a virtuous life। ਕਹਿੰਦੇ ਨੇ ਜਿਹੜੇ ਉਸ ਵਿਧਾਨ ਨੂੰ ਸਮਝਦੇ ਆ, ਉਹਨਾਂ ਨਿਯਮਾਂ ਨੂੰ ਸਮਝਦੇ ਆ, ਤਿਨ ਹੈ ਪਛਾਨਿਆ, ਉਹੀ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਆ, ਗੁਣਾਂ ਦੇ ਧਾਰਨੀ ਬਣ ਜਾਂਦੇ ਆ। ਫਿਰ ਉਹ ਫੀਲਿੰਗ ਕਿੱਦਾਂ ਦੀ ਹੁੰਦੀ ਆ ਭਗਤ ਕਬੀਰ ਜੀ? What is that feeling like? He says, ਜਿਉਂ ਗੂੰਗੇ ਸਾਕਰ ਮਨ ਮਾਨਿਆ, like a mute eats candy and he experiences satisfaction. He cannot tell you, but by looking at him you can tell that he is satisfied. ਕਹਿੰਦੇ ਨੇ ਜਿੱਦਾਂ ਗੂੰਗਾ ਬੰਦਾ ਮਠਿਆਈ ਛਕਦਾ ਹੈ, ਸ਼ੱਕਰ ਛਕਦਾ ਹੈ, ਤਾਂ ਉਹ ਤੁਹਾਨੂੰ ਦੱਸ ਨਹੀਂ ਸਕਦਾ, ਪਰ ਉਹਦਾ ਚਿਹਰਾ ਹੀ ਸਾਰੀ ਕਹਾਣੀ ਦੱਸ ਦਿੰਦਾ। ਕਹਿੰਦੇ ਨੇ ਜਿਹੜਾ ਬੰਦਾ ਗਿਆਨ ਨੂੰ ਲਾਗੂ ਕਰਦਾ ਹੈ, the one that liberates himself from the vices, liberates himself from the pujari ਢਾਂਚਾ, from the pujari structure, he cannot tell you what that liberation feels like, but by looking at his face you can tell this is a person who lives a free life. This is a person who lives a life that he himself dictates. ਉਹਦਾ ਚਿਹਰਾ ਹੀ ਦੱਸ ਦਿੰਦਾ ਵੀ ਹਾਂ ਇਹ ਬੰਦਾ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲੈਂਦਾ ਹੈ, ਇਹ ਬੰਦਾ ਖੁਦ ਮੁਖਤਿਆਰ ਹੈ।
ਤਾਂ ਹੀ ਜਦੋਂ ਆਪਾਂ ਕਹਿੰਦੇ ਆ when we say we are Guru Sahib's faces were radiant, ਆਪਾਂ ਇਤਿਹਾਸ ਵਿੱਚੋਂ ਵੀ ਸੁਣਦੇ ਆ ਵੀ ਗੁਰੂ ਸਾਹਿਬ ਦਾ ਚਿਹਰੇ ਦੀ ਲਾਲੀ ਵੱਖਰੀ ਸੀ, ਉਹਨਾਂ ਦਾ ਨੂਰ ਜਾਪਦਾ ਵੱਖਰਾ ਸੀ। ਉਹ ਇਹੀ ਆ। It is not we all like we see in pictures, we all behind that the star there is a halo, ਵੀ ਇਹ ਨਹੀਂ ਜਿੱਦਾਂ ਫੋਟੋਆਂ ਵਿੱਚ ਵਿਖਾ ਦਿੱਤਾ ਵੀ ਉਹਨਾਂ ਦਸਤਾਰ ਪਿੱਛੇ ਏਦਾਂ ਲਾਈਟ ਜਗ ਰਹੀ ਹੈ, ਨਹੀਂ, ਉਹ ਵਾਕਿਆ ਫੀਲਿੰਗ ਹੁੰਦੀ ਹੈ। The one that lives a life on his own terms, his face tells it all. His face becomes radiant. He begins to become an extraordinary person. ਉਹਦੇ ਚਿਹਰੇ ਦੀ ਲਾਲੀ ਦੱਸ ਦਿੰਦੀ ਆ ਵੀ ਇਹ ਬੰਦਾ ਖਾਸ ਹੈ, ਇਹ ਵਾਕਿਆ ਕੁਝ ਕਰਕੇ ਵਿਖਾਵੇਗਾ ਸਮਾਜ ਨੂੰ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਹਾਂ ਜਿਹੜਾ ਨਿਰਾ ਗੱਲਾਂ ਦੇ ਨਾਲ ਇਸ ਫੀਲਿੰਗ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। But the one who just tries to describe this feeling by mere words, one day he will regret doing so. Why? Because he will begin to realize that instead of telling lies, I should have tried to experience, I should have tried to understand, I should have tried to bring virtues into my life. ਕਹਿੰਦੇ ਨੇ ਜਿਹੜਾ ਸ਼ਬਦਾਂ ਦੇ ਨਾਲ ਹੀ ਬੋਲਦਾ ਹੈ ਵੀ ਆਹ ਫੀਲਿੰਗ ਹੁੰਦੀ ਜੀ, ਆਹ ਹੁੰਦਾ ਜੀ, ਕਹਿੰਦੇ ਨੇ ਉਹ ਵਾਕਿਆ ਪਛਤਾਉਂਦਾ ਹੈ, ਕਿਉਂਕਿ ਉਹ ਇਦਾਂ ਲੱਗਣ ਲੱਗ ਪੈਂਦਾ ਹੈ ਕਿ ਮੇਰੀ ਸਾਰੀ એનર્ਜੀ ਝੂਠ ਬੋਲਣ ਤੇ ਮੈਂ ਲਾ ਦਿੱਤੀ। ਜੇ ਮੈਂ ਗੁਣ ਧਾਰਨ ਕਰਨ ਤੇ ਲਾਉਂਦਾ, ਜੇ ਮੈਂ ਨਿਯਮਾਂ ਨੂੰ ਸਮਝਣ ਕਰਨ ਦੀ ਕੋਸ਼ਿਸ਼ ਕਰਦਾ, ਜੇ ਮੈਂ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਦਾ, ਸ਼ਾਇਦ ਮੇਰੀ ਜ਼ਿੰਦਗੀ ਵਿੱਚ ਬਦਲਾਅ ਆ ਸਕਦਾ ਸੀ। ਤਾਂ ਹੀ ਅਸੀਂ ਕਹਿੰਦੇ ਹਾਂ when we say we all these ਬਾਬੇ, all these ਸੰਤ, all these self-acclaimed Brahm Gyanis, they are all telling lies when they say, oh, by doing Naam Simran we reach this level of spirituality. By doing Naam Simran we had darshan of Guru Sahib Ji. By doing Naam Simran we had darshan of that Shaheed Singh, darshan of that Shaheed Singh. That is all a lie, because Guru Pasha says that that feeling cannot be described. They are all telling lies because on the inside they are hollow. They want to manipulate you. If that was really the case, their actions should have spoken louder than their words. This is the level of spirituality we have reached through their actions. ਤਾਂ ਹੀ ਅਸੀਂ ਕਹਿੰਦੇ ਆ ਵੀ ਆ ਜਿਹੜੇ ਸਾਰੇ ਬ੍ਰਹਮ ਗਿਆਨੀ ਨਾ, ਆ ਜਿਹੜੇ ਸਾਰੇ ਬਾਬੇ ਆ ਜਿਹੜੇ ਸਾਰੇ ਆਪੋ ਬਣੇ ਸੰਤ ਆ, ਜਿਹੜੇ ਗੱਪਾਂ ਮਾਰ ਸਟੇਜਾਂ ਤੇ ਦੱਸਦੇ ਆ ਵੀ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਜੀ, ਅਸੀਂ ਸ਼ਹੀਦ ਸਿੰਘਾਂ ਦੇ ਦਰਸ਼ਨ ਕੀਤੇ ਜੀ, ਅਸੀਂ ਇਸ ਪਦਵੀ ਤੇ ਪਹੁੰਚੇ ਆ ਜੀ ਨਾਮ ਸਿਮਰਨ ਕਰਕੇ, ਨਹੀਂ, ਸਭ ਝੂਠ ਬੋਲ ਰਹੇ ਆ। ਕਿਉਂਕਿ ਗੁਰੂ ਸਾਹਿਬ ਕਹਿੰਦੇ ਵੀ ਉਹ ਫੀਲਿੰਗ ਬਿਆਨ ਨਹੀਂ ਕੀਤੀ ਜਾ ਸਕਦੀ। ਤੁਹਾਡੇ ਕੰਮ ਦੱਸਣਗੇ ਵੀ ਹਾਂ ਵਾਕਿਆ ਬੰਦਾ ਖਾਸ ਸੀ। ਜਿਹੜਾ ਖਾਸ ਬੰਦਾ ਹੁੰਦਾ ਨਾ, ਉਹਨੂੰ ਬੋਲਣ ਦੀ ਲੋੜ ਨਹੀਂ ਹੁੰਦੀ, ਉਹਦੇ ਰਿਕਾਰਡ ਬੋਲਦੇ ਆ ਵੀ ਹਾਂ ਇਹ ਬੰਦੇ ਨੇ ਕੁਛ ਕਰਕੇ ਵਿਖਾਉਣਾ ਸਮਾਜ ਨੂੰ। ਬਾਕੀ ਸਾਰੇ ਗੱਲਾਂ ਮਾਰਨ ਵਾਲੇ ਆ, ਗੱਲੀ ਜੋਗ ਨਾ ਹੋਈ। ਤੇ ਪਾਤਸ਼ਾਹ ਨੇ ਬੜੇ ਸੁੰਦਰ ਤਰੀਕੇ ਨਾਲ ਕਹਿ ਦਿੱਤਾ, by just mere words one cannot accomplish anything. ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਕੁਛ ਕਰਨਾ ਵੀ ਪੈਂਦਾ ਜੀ। ਜੋਗੀ ਕਹੀਏ ਸੋਈ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, then that person's destiny is not written by the vices. He does not write his destiny under the influence of his 5 vices, under the influence of the Pujari structure. ਕਹਿੰਦੇ ਨੇ ਫਿਰ ਉਹ ਜਿਹੜਾ ਬੰਦਾ ਹੈ, ਜਿਹੜਾ ਸਮਝੇ, ਜਿਹੜਾ ਗਿਆਨ ਹਾਸਲ ਕਰੇ, ਉਹਦੇ ਫਿਰ ਲੇਖ ਵਿਕਾਰ ਨਹੀਂ ਲਿਖਦੇ, ਭਾਵ ਉਹ ਵਿਕਾਰਾਂ ਵਾਲੇ ਕੰਮ ਨਹੀਂ ਕਰਦਾ। ਉਹ ਪੁਜਾਰੀ ਢਾਂਚੇ ਤੋਂ ਮੁਕਤ ਹੋ ਕੇ ਆਪਣੇ ਲੇਖ ਲਿਖਦਾ ਹੈ, ਖੁਦ ਮੁਖਤਿਆਰ ਹੁੰਦਾ ਹੈ। ਕਿਉਂਕਿ ਮੰਨੇ ਕਾ ਬਹਿ ਕਰਨ ਵਿਚਾਰ, all his energy, all his time is taken up by trying to understand virtues and walk on the path of the truth. ਉਹਦੇ ਸਾਰੇ ਕਰਮ ਇੰਦਰੇ, ਉਹਦੇ ਸਾਰੇ ਗਿਆਨ ਇੰਦਰੇ ਫਿਰ ਗੁਣਾਂ ਵਾਲੇ ਪਾਸੇ ਤੁਰ ਪੈਂਦੇ ਹੈ। ਉਹ ਫਿਰ ਸੱਚ ਦੇ ਮਾਰਗ ਤੇ ਤੁਰ ਪੈਂਦਾ ਹੈ। ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ। ਫਿਰ ਪਾਤਸ਼ਾਹ ਕਹਿੰਦੇ ਨੇ this is the real ਨਾਮ। Naam means wisdom. Because Guru Pasha says we only a rare few understand this Naam, understand this wisdom. And if we ask Sikhs today, if we take a survey of 100 Sikhs, 95 of them will say Naam means Vaheguru. Will say Naam means Ram Ram, Naam means Allah Allah. But Guru Pasha says no, only a rare few understand Naam. So what is Naam? Naam is wisdom. Naam is virtues. ਕਹਿੰਦੇ
ਕਿਸੇ ਵਿਰਲੇ ਇਨਸਾਨ ਨੂੰ ਨਾਮ ਦੀ ਸਮਝ ਹੁੰਦੀ ਹੈ। ਤੇ ਜੇ ਆਪਾਂ ਇਹ ਕਹੀਏ ਵੀ ਕੱਲ ਨੂੰ ਸਰਵੇ ਕਰਕੇ ਲੈ ਲਓ ਜੀ, ਸਿੱਖਾਂ ਨੂੰ ਪੁੱਛ ਲਓ, 100 ਸਿੱਖ ਇਕੱਠੇ ਕਰਕੇ ਪੁੱਛ ਲਓ ਵੀ ਤੁਹਾਡੇ ਮੁਤਾਬਕ ਨਾਮ ਕੀ ਆ, ਤਾਂ 95% ਤੁਹਾਨੂੰ ਇਹ ਜਵਾਬ ਦੇਣਗੇ ਵੀ ਸਾਡੇ ਮੁਤਾਬਕ ਨਾਮ ਦੇ ਅਰਥ ਇਹ ਹਨ ਵੀ ਕਿਸੇ ਕਮਰੇ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਰਾਮ ਰਾਮ ਕਰੋ, ਅੱਲਾ ਅੱਲਾ ਕਰੋ। ਪਰ ਨਹੀਂ, ਪਾਤਸ਼ਾਹ ਕਹਿੰਦੇ ਨੇ, ਗੁਰੂ ਸਾਹਿਬ said the whole world was saying that naam refers to a simple word of God. That naam refers to a simple name of God. But no, in reality, only a rare few understand what naam really is. Only a rare few understand what wisdom, what that understanding of the system of nature will bring you, and only a rare few obtain virtues in their life. ਕਹਿੰਦੇ ਨੇ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਇਸ ਨਾਮ ਨਾਲ ਸਾਂਝ ਪਾਉਂਦਾ ਹੈ, ਭਾਵ ਗਿਆਨ ਨੂੰ ਸਮਝਦਾ ਹੈ, ਨਿਜਮਾਂ ਨੂੰ ਸਮਝਦਾ ਹੈ, ਗੁਣ ਆਪਣੇ ਜ਼ਿੰਦਗੀ ਵਿੱਚ ਲਾਗੂ ਕਰਦਾ ਹੈ। ਨਹੀਂ ਤਾਂ the rest are, ਬਾਕੀ ਸਾਰੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। So let us be those rare few that Guru Pasha talks about in this pauri, in these pauriyan that Guru Pasha talks about throughout Guru Granth Sahib Ji. Let us be those rare few that really understand that wisdom, that really understand that system of nature, and bring that understanding, bring those virtues into our life. ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਵੀ ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਕਵਣ ਬੁਝੈ ਬਿਦ ਜਾਣੈ, ਉਤ ਭੁਜ ਚਲਤ ਆਪ ਕਰ ਦੇਖੈ, ਆਪੇ ਤਤ ਪਛਾਣੈ। ਐਸਾ ਗਿਆਨ ਵਿਚਾਰੇ ਕੋਈ, ਐਸਾ ਨਾਮ ਨਿਰੰਜਨ ਹੋਏ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਈ। ਅਸੀਂ ਵੀ ਉਹਨਾਂ ਵਿਰਲਿਆਂ ਦਾ ਹਿੱਸਾ ਬਣੀਏ ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਉਹ ਅਸਲ ਮੁਕਤੀ ਪ੍ਰਾਪਤ ਕਰਦੇ ਆ, ਉਹ ਅਸਲ ਮੁਕਤੀ ਦੇ ਮਾਲਕ ਹੁੰਦੇ ਆ, ਜਿਹੜੇ ਗਿਆਨ ਨੂੰ ਸਮਝਦੇ ਆ, ਜਿਹੜੇ ਗੁਣਾਂ ਦੇ ਧਾਰਨੀ ਹੁੰਦੇ ਆ। ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਸੋ ਆਓ ਗੁਰਬਾਣੀ ਪੜ੍ਹ ਕੇ, ਗੁਰਬਾਣੀ ਸਮਝ ਕੇ, ਗੁਰਬਾਣੀ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ। Let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ into our daily lives so that we may live a life full of confidence, a life full of freedom, like our Guru Patsha lived before us. ਗੁਰਬਾਣੀ ਪੜ੍ਹ ਕੇ, ਸਮਝ ਕੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਗੁਰੂ ਪਾਤਸ਼ਾਹਾਂ ਨੇ ਸਮਾਜ ਨੂੰ, ਦੁਨੀਆ ਨੂੰ 500 ਸਾਲ ਪਹਿਲਾਂ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।